ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 6ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਲੇਖ ਡਾਕੀਆ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਲੇਖ ਰਚਨਾ ਬਾਰੇ। ਲੇਖ ਰਚਨਾ ਕੀ ਹੈ? ਲੇਖ ਛੋਟੇ ਆਕਾਰ ਦੀ ਉਸ ਵਾਰਤਕ ਰਚਨਾ ਦਾ ਨਾਂ ਹੈ ਜਿਸ ਵਿੱਚ ਕਿਸੇ ਦਿੱਤੇ ਗਏ ਵਿਸ਼ੇ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਅਥਵਾ ਆਪਣੇ ਵਿਚਾਰ ਪ੍ਰਗਟਾਏ ਜਾਂਦੇ ਹਨ। ਇਹ ਵਿਚਾਰ ਇੱਕ ਖਾਸ ਤਰਤੀਬ ਵਿੱਚ ਹੁੰਦੇ ਹਨ। ਇਸ ਤਰ੍ਹਾਂ ਕਿਸੇ ਦਿੱਤੇ ਵਿਸ਼ੇ ਉੱਤੇ ਵਾਰਤਕ ਵਿੱਚ ਕੀਤੀ ਰਚਨਾ ਨੂੰ ਲੇਖ ਕਹਿੰਦੇ ਹਨ। ਲੇਖ ਦੇ 3 ਜ਼ਰੂਰੀ ਪੱਖ ਹਨ। ਪਹਿਲਾ ਹੈ ਵਿਚਾਰ ਜਾਂ ਵਿਸ਼ਾ। ਲੇਖ ਵਿੱਚ ਪ੍ਰਗਟ ਕੀਤਾ ਅਨੁਭਵ ਲੇਖ ਦਾ ਬਹੁਤ ਜ਼ਰੂਰੀ ਹਿੱਸਾ ਹੁੰਦਾ ਹੈ। ਇਸ ਵਿੱਚ ਜੀਵਨ ਦੇ ਕਿਸੇ ਇੱਕ ਪੱਖ ਨੂੰ ਜਾਂ ਜੀਵਨ ਦੇ ਕਿਸੇ ਵਿਚਾਰ ਨੂੰ ਪ੍ਰਗਟਾਇਆ ਜਾ ਸਕਦਾ ਹੈ। ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਚੀਜ਼ ਉੱਤੇ ਲੇਖ ਲਿਖਿਆ ਜਾ ਸਕਦਾ ਹੈ। ਲੇਖ ਲਈ ਵਿਸ਼ਾ ਉਹ ਚੁਣੋ ਜਿਸ ਬਾਰੇ ਪੂਰੀ ਜਾਣਕਾਰੀ ਹੋਵੇ। ਲੇਖ ਲਿਖਣ ਲਈ ਪਹਿਲਾ ਕਦਮ ਲੇਖ ਦੇ ਸਿਰਲੇਖ ਨੂੰ ਧਿਆਨ ਨਾਲ ਪੜ੍ਹਨਾ ਹੈ। ਇਸ ਨੂੰ ਠੀਕ ਤਰ੍ਹਾਂ ਸਮਝਣ ਨਾਲ ਪਤਾ ਲੱਗਦਾ ਹੈ ਕਿ ਲੇਖ ਵਿੱਚ ਕੀ ਕੁਝ ਲਿਖਿਆ ਜਾਣਾ ਚਾਹੀਦਾ ਹੈ। ਲੇਖ ਲਿਖਣ ਲਈ ਦੂਜਾ ਕਦਮ ਦਿੱਤੇ ਸਿਰਲੇਖ ਨਾਲ ਸੰਬੰਧਿਤ ਸਮੱਗਰੀ ਦੀ ਜਾਣਕਾਰੀ ਪ੍ਰਾਪਤ ਕਰਨਾ ਹੁੰਦਾ ਹੈ। ਕਿਸੇ ਵਿਸ਼ੇ ਉੱਤੇ ਲੇਖ ਲਿਖਣ ਲਈ ਲੋੜੀਂਦੀ ਸਮੱਗਰੀ ਵਿਦਿਆਰਥੀ ਨੂੰ ਪਾਠ ਪੁਸਤਕਾਂ, ਆਮ ਗਿਆਨ ਦੀਆਂ ਪੁਸਤਕਾਂ, ਰਿਸਾਲੇ, ਅਖਬਾਰਾਂ, ਰੇਡੀਓ, ਟੈਲੀਵਿਜ਼ਨ, ਇੰਟਰਨੈਟ, ਜਨਤਕ ਥਾਵਾਂ ਅਤੇ ਸਤਿਕਾਰਯੋਗ ਅਧਿਆਪਕਾਂ ਤੋਂ ਪ੍ਰਾਪਤ ਹੋ ਸਕਦੀ ਹੈ। ਲੇਖ ਦੇ ਵਿਸ਼ੇ ਨੂੰ ਸਪਸ਼ਟ, ਸਰਲ ਅਤੇ ਸਾਦੇ ਢੰਗ ਨਾਲ ਬਿਆਨ ਕੀਤਾ ਜਾਣਾ ਚਾਹੀਦਾ ਹੈ। ਵਿਸ਼ੇ ਤੋਂ ਇਲਾਵਾ ਭਾਸ਼ਾ ਵੀ ਲੇਖ ਦਾ ਜ਼ਰੂਰੀ ਪੱਖ ਹੈ ਕਿਉਂਕਿ ਲੇਖ ਲਿਖਿਆ ਹੀ ਵਾਰਤਕ ਵਿੱਚ ਜਾਂਦਾ ਹੈ ਅਤੇ ਇਸ ਦੀ ਰਚਨਾ ਸਮੇਂ ਭਾਸ਼ਾ ਦੀ ਸਰਲਤਾ ਅਤੇ ਵਿਆਕਰਣ ਦੇ ਨਿਯਮਾਂ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਸ਼ੁੱਧ ਅਤੇ ਸਰਲ ਭਾਸ਼ਾ ਲੇਖ ਲਈ ਬਹੁਤ ਜ਼ਰੂਰੀ ਹੈ। ਭਾਸ਼ਾ ਵਿਆਕਰਨਿਕ ਤੌਰ 'ਤੇ ਸ਼ੁੱਧ ਹੋਵੇ। ਲੇਖ ਵਿੱਚ ਵਰਤੀ ਗਈ ਭਾਸ਼ਾ ਮਿਆਰੀ ਹੋਵੇ। ਸ਼ਬਦ ਜੋੜ ਮਿਆਰੀ ਅਤੇ ਪ੍ਰਵਾਨਿਤ ਹੋਣ। ਸ਼ੈਲੀ ਵੀ ਲੇਖ ਦਾ ਜ਼ਰੂਰੀ ਪੱਖ ਹੈ। ਸਧਾਰਨ ਰੂਪ ਵਿੱਚ ਸ਼ੈਲੀ ਨੂੰ ਬਿਆਨ ਕਰਨ ਦਾ ਢੰਗ ਹੀ ਆਖਿਆ ਜਾ ਸਕਦਾ ਹੈ। ਚੰਗੇ ਵਿਚਾਰਾਂ ਨੂੰ ਸ਼ੁੱਧ ਭਾਸ਼ਾ ਵਿੱਚ ਬੱਝਵੇਂ, ਲੜੀਵਾਰ ਅਤੇ ਜ਼ੋਰਦਾਰ ਢੰਗ ਨਾਲ ਬਿਆਨ ਕਰਨਾ ਵੀ ਬਹੁਤ ਜ਼ਰੂਰੀ ਹੈ। ਲਿਖਤ ਦਾ ਪ੍ਰਭਾਵ ਵਾਕ ਵਿੱਚ ਢੁਕਵੇਂ ਸ਼ਬਦਾਂ, ਲੋੜੀਂਦੇ ਮੁਹਾਵਰਿਆਂ, ਅਖੌਤਾਂ ਆਦਿ ਦੀ ਸੁਚੱਜੀ ਵਰਤੋਂ ਨਾਲ ਵੱਧਦਾ ਹੈ। ਲੇਖ ਲਿਖਣ ਦੀ ਕਲਾ ਬਾਰੇ
ਵਿਚਾਰ ਕਰਨ ਲਈ ਲੇਖਾਂ ਦਾ ਵਰਗੀਕਰਨ ਦੋ ਵਰਗਾਂ ਵਿੱਚ ਕੀਤਾ ਜਾ ਸਕਦਾ ਹੈ। ਪਹਿਲਾ ਹੈ ਖੇਤਰ ਅਨੁਸਾਰ ਲੇਖਾਂ ਦਾ ਵਰਗੀਕਰਨ ਅਤੇ ਦੂਸਰਾ ਹੈ ਲਿਖਣ ਢੰਗ ਅਨੁਸਾਰ ਲੇਖਾਂ ਦਾ ਵਰਗੀਕਰਨ। ਪਹਿਲਾ ਹੈ ਖੇਤਰ ਅਨੁਸਾਰ ਲੇਖਾਂ ਦਾ ਵਰਗੀਕਰਨ। ਇਸ ਵਿੱਚ ਸਮਾਜ, ਰਾਜਨੀਤੀ, ਵਿਦਿਆ, ਵਿਗਿਆਨ, ਸਾਹਿਤ, ਕਲਾ, ਸੱਭਿਆਚਾਰ ਆਦਿ ਖੇਤਰਾਂ ਨਾਲ ਸੰਬੰਧਿਤ ਲੇਖ, ਪੇਂਡੂ ਜਾਂ ਸ਼ਹਿਰੀ ਜੀਵਨ ਨਾਲ ਸੰਬੰਧਿਤ ਲੇਖ, ਸਥਾਨਿਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਮੱਸਿਆਵਾਂ ਬਾਰੇ ਲੇਖ ਆਉਂਦੇ ਹਨ। ਦੂਸਰਾ ਵਰਗੀਕਰਨ ਲਿਖਣ ਢੰਗ ਅਨੁਸਾਰ ਹੈ। ਇਸ ਵਿੱਚ ਪਹਿਲਾ ਹੈ ਵਰਣਨਾਤਮਿਕ ਲੇਖ, ਜੋ ਕਿਸੇ ਦ੍ਰਿਸ਼, ਸਥਾਨ, ਅੱਖੀ ਡਿੱਠੇ ਮੇਲੇ ਆਦਿ ਵਿਸ਼ਿਆਂ ਨਾਲ ਸੰਬੰਧਿਤ ਹੁੰਦੇ ਹਨ। ਦੂਸਰਾ ਹੈ ਬਿਰਤਾਂਤਿਕ ਲੇਖ। ਇਸ ਵੰਨਗੀ ਵਿੱਚ ਜੀਵਨੀਆਂ, ਯਾਤਰਾਵਾਂ, ਇਤਿਹਾਸਿਕ ਘਟਨਾਵਾਂ ਆਦਿ ਨਾਲ ਸੰਬੰਧਿਤ ਲੇਖ ਹੁੰਦੇ ਹਨ। ਤੀਸਰਾ ਹੈ ਵਿਚਾਰਾਤਮਿਕ ਲੇਖ। ਇਸ ਵਿੱਚ ਕਿਸੇ ਅਖਾਣ, ਕਵਿਤਾ ਦੀ ਤੁਕ ਆਦਿ 'ਤੇ ਲਿਖੇ ਲੇਖ ਹੁੰਦੇ ਹਨ। ਚੌਥਾ ਹੈ ਭਾਵਾਤਮਿਕ ਲੇਖ। ਇਸ ਵਿੱਚ ਦੇਸ਼ ਪਿਆਰ, ਬਚਪਨ, ਮਾਂ ਦੀ ਮਮਤਾ, ਫੁੱਲਾਂ ਦੀ ਸੁੰਦਰਤਾ ਆਦਿ ਬਾਰੇ ਲੇਖ ਹੁੰਦੇ ਹਨ। ਪੰਜਵਾਂ ਹੈ ਕਲਪਨਾਮਈ ਲੇਖ। ਇਸ ਵਿੱਚ ਕਲਪਨਾ ਦੀ ਪ੍ਰਧਾਨਤਾ ਵਾਲੇ ਲੇਖ, ਜਿਵੇਂ ਜੇ ਮੈਂ ਲੱਖਪਤੀ ਹੋਵਾਂ ਆਦਿ ਲੇਖ ਆਉਂਦੇ ਹਨ। ਹਰ ਲੇਖ ਦੇ 3 ਹਿੱਸੇ ਹੁੰਦੇ ਹਨ: ਆਦ, ਮੱਧ ਅਤੇ ਅੰਤ। ਆਦ ਵਿੱਚ ਤਾਂ ਕੇਵਲ ਲੇਖ ਦੇ ਵਿਸ਼ੇ ਨਾਲ ਮੁੱਢਲੀ ਜਾਣ ਪਹਿਚਾਣ ਕਰਵਾਈ ਜਾਂਦੀ ਹੈ। ਮੱਧ ਭਾਗ ਲੇਖ ਦਾ ਬਹੁਤ ਜ਼ਰੂਰੀ ਹਿੱਸਾ ਹੁੰਦਾ ਹੈ। ਇੱਥੇ ਵਿਚਾਰਾਂ ਨੂੰ ਵਿਸਥਾਰ ਦੇਣ ਦੀ ਜ਼ਰੂਰਤ ਹੁੰਦੀ ਹੈ। ਅੰਤ ਵਿੱਚ ਤਾਂ ਕੇਵਲ ਵਿਚਾਰਾਂ ਨੂੰ ਕਲਾਪੂਰਨ ਢੰਗ ਨਾਲ ਖਤਮ ਕਰਨਾ ਹੁੰਦਾ ਹੈ। ਇੱਕ ਚੰਗੇ ਲੇਖ ਵਿੱਚ ਬਹੁਤ ਸਾਰੇ ਗੁਣ ਹੁੰਦੇ ਹਨ। ਇੱਕ ਚੰਗੇ ਲੇਖ ਦਾ ਸਭ ਤੋਂ ਵੱਧ ਜ਼ਰੂਰੀ ਗੁਣ ਇਹ ਹੈ ਕਿ ਜਿਸ ਵਿਸ਼ੇ 'ਤੇ ਲੇਖ ਲਿਖਣਾ ਹੋਵੇ ਉਸ ਬਾਰੇ ਸਾਨੂੰ ਸਪਸ਼ਟ ਜਾਣਕਾਰੀ ਹੋਣੀ ਚਾਹੀਦੀ ਹੈ। ਲੇਖ ਵਿੱਚ ਜੋ ਲਿਖਿਆ ਜਾਵੇ ਉਹ ਕਿਸੇ ਤਰਤੀਬ ਵਿੱਚ ਹੋਵੇ। ਚੰਗੇ ਲੇਖ ਵਿੱਚ ਵਿਚਾਰਾਂ ਦੇ ਪ੍ਰਭਾਵ ਦੀ ਏਕਤਾ ਹੁੰਦੀ ਹੈ। ਲੇਖ ਦੇ ਆਦ, ਮੱਧ ਤੇ ਅੰਤ ਵਿੱਚ ਰੋਚਕਤਾ ਅਤੇ ਸ਼ਕਤੀਸ਼ਾਲੀ ਪ੍ਰਭਾਵ ਹੋਣਾ ਚਾਹੀਦਾ ਹੈ। ਸਾਰਾ ਲੇਖ ਇੱਕ ਮਾਲਾ ਦੇ ਮਣਕਿਆਂ ਵਾਂਗ ਪਰੋਇਆ ਹੋਣਾ ਚਾਹੀਦਾ ਹੈ। ਲੇਖ ਵਿੱਚ ਵਿਚਾਰ ਵਾਰ-ਵਾਰ ਨਾ ਆਉਣ। ਲੇਖ ਵਿੱਚ ਸ਼ੁੱਧ ਸ਼ਬਦ ਜੋੜ ਅਤੇ ਸਰਲ ਭਾਸ਼ਾ ਇੱਕ ਵੱਡਾ ਗੁਣ ਹੁੰਦਾ ਹੈ। ਸ਼ੁੱਧ ਲਿਖਾਈ ਲਈ ਲੋੜ ਅਨੁਸਾਰ ਵਿਸਰਾਮ ਚਿੰਨ੍ਹਾਂ ਦੀ ਵਰਤੋਂ ਵੀ ਬਹੁਤ ਜ਼ਰੂਰੀ ਹੈ। ਲੇਖ ਛੋਟੇ-ਛੋਟੇ ਪੈਰਿਆਂ ਵਿੱਚ ਵੰਡਿਆ ਹੋਣਾ ਚਾਹੀਦਾ ਹੈ। ਹੁਣ ਅਸੀਂ ਡਾਕੀਆ ਲੇਖ ਬਾਰੇ ਗੱਲਬਾਤ ਕਰਾਂਗੇ। ਬਾਹਰ ਤੋਂ ਆਉਣ ਵਾਲੇ ਚਿੱਠੀ ਪੱਤਰਾਂ ਨੂੰ ਡਾਕ ਕਹਿੰਦੇ ਹਨ। ਇੱਕ ਥਾਂ ਤੋਂ ਦੂਜੀ ਥਾਂ ਇਹ ਡਾਕ ਪਹੁੰਚਾਉਣ ਦੀ ਵਿਵਸਥਾ ਡਾਕਖਾਨੇ ਦੁਆਰਾ ਕੀਤੀ ਜਾਂਦੀ ਹੈ। ਡਾਕਖਾਨੇ ਵਿੱਚ ਬਹੁਤ ਸਾਰੇ ਸਰਕਾਰੀ ਕਰਮਚਾਰੀ ਹੁੰਦੇ ਹਨ ਜੋ
ਲੋਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਆਪਣੀਆਂ ਸੇਵਾਵਾਂ ਦੇ ਰਹੇ ਹਨ। ਡਾਕਖਾਨੇ ਵਿੱਚ ਆਈ ਹੋਈ ਇਸ ਡਾਕ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਮਹੱਤਵਪੂਰਨ ਕੰਮ ਡਾਕੀਏ ਦੁਆਰਾ ਕੀਤਾ ਜਾਂਦਾ ਹੈ। ਇਸ ਕਰਕੇ ਡਾਕੀਆ ਸਮਾਜ ਦਾ ਸਭ ਤੋਂ ਉੱਤਮ ਕੰਮ ਕਰਦਾ ਹੈ। ਡਾਕੀਆ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ। ਉਸ ਦੀ ਹਰ ਘਰ, ਹਰ ਦਫ਼ਤਰ ਅਤੇ ਹਰ ਸਥਾਨ ਉੱਤੇ ਉਡੀਕ ਕੀਤੀ ਜਾਂਦੀ ਹੈ। ਉਹ ਸਾਡੇ ਘਰਾਂ ਵਿੱਚ ਮਿੱਤਰਾਂ ਅਤੇ ਸੰਬੰਧੀਆਂ ਦੀਆਂ ਚਿੱਠੀਆਂ ਲੈ ਕੇ ਆਉਂਦਾ ਹੈ। ਉਹ ਘਰਾਂ ਅਤੇ ਦਫ਼ਤਰਾਂ ਵਿੱਚ ਨਿੱਜੀ, ਸਰਕਾਰੀ ਅਤੇ ਵਪਾਰਿਕ ਚਿੱਠੀਆਂ, ਰਜਿਸਟਰੀਆਂ, ਪਾਰਸਲ ਅਤੇ ਮਨੀ ਆਰਡਰ ਪਹੁੰਚਾਉਂਦਾ ਹੈ। ਉਹ ਆਪਣੇ ਫਰਜ਼ਾਂ ਦੀ ਕੁਤਾਹੀ ਕੀਤੇ ਬਿਨਾਂ ਸਮੇਂ ਸਿਰ ਡਾਕ ਸਾਡੇ ਹੱਥਾਂ ਵਿੱਚ ਪਹੁੰਚਾਉਂਦਾ ਹੈ। ਉਸ ਦੀ ਹਰ ਥਾਂ ਉੱਤੇ ਤੀਬਰਤਾ ਨਾਲ ਉਡੀਕ ਕੀਤੀ ਜਾਂਦੀ ਹੈ। ਉਸ ਨੂੰ ਦੇਖ ਕੇ ਆਮ ਕਰਕੇ ਹਰ ਇੱਕ ਦਾ ਚਿਹਰਾ ਖਿੜ ਜਾਂਦਾ ਹੈ। ਚਾਹੇ ਕਿ ਇੱਕ ਥਾਂ ਤੋਂ ਦੂਜੀ ਥਾਂ ਸੁਨੇਹੇ ਪਹੁੰਚਾਉਣ ਦਾ ਕੰਮ ਬਹੁਤ ਪੁਰਾਣਾ ਹੈ, ਕਿਉਂਕਿ ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ, ਜਿਸ ਵਿੱਚ ਸੁਨੇਹਾ ਪਹੁੰਚਾਉਣ ਲਈ ਅੱਜ ਕੱਲ੍ਹ ਟੈਲੀਫੋਨ, ਤਾਰ, ਟੈਲੀਪ੍ਰਿੰਟਰ, ਫੈਕਸ ਅਤੇ ਪੇਜਰ, ਮੋਬਾਈਲ ਫੋਨ ਅਤੇ ਇੰਟਰਨੈੱਟ ਦੀ ਵਰਤੋਂ ਹੁੰਦੀ ਹੈ। ਇਹਨਾਂ ਰਾਹੀਂ ਸੁਨੇਹੇ ਝਟਪਟ ਪਹੁੰਚ ਜਾਂਦੇ ਹਨ। ਸਾਡੇ ਦੋਸਤ ਮਿੱਤਰ ਜਾਂ ਸਾਕ ਸੰਬੰਧੀ, ਚਾਹੇ ਉਹ ਕਿੰਨੇ ਵੀ ਦੂਰ ਕਿਉਂ ਨਾ ਬੈਠੇ ਹੋਣ, ਮੋਬਾਈਲ ਫੋਨ ਦੇ ਰਾਹੀਂ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਹਾਲ ਚਾਲ ਪੁੱਛ ਸਕਦੇ ਹਾਂ। ਪਰ ਡਾਕੀਏ ਦਾ ਮਹੱਤਵ ਫਿਰ ਵੀ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ। ਸਾਡੇ ਦੇਸ਼ ਦੇ ਬਹੁਤ ਸਾਰੇ ਪਿੰਡਾਂ ਵਿੱਚ ਅਜੇ ਵੀ ਡਾਕ ਵਿਭਾਗ ਅਤੇ ਡਾਕੀਆ ਹੀ ਸੰਚਾਰ ਦਾ ਪ੍ਰਮੁੱਖ ਸਾਧਨ ਹੈ। ਸ਼ਹਿਰਾਂ ਵਿੱਚ ਰੁਜ਼ਗਾਰ ਕਰ ਰਹੇ ਮਜ਼ਦੂਰ ਅਤੇ ਕਾਰੀਗਰ ਵਿਅਕਤੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਡਾਕ ਵਿਭਾਗ ਅਤੇ ਡਾਕੀਏ ਦੇ ਮਾਧਿਅਮ ਰਾਹੀਂ ਪੈਸੇ ਭੇਜਦੇ ਹਨ, ਜੋ ਉਹਨਾਂ ਦੇ ਪਰਿਵਾਰ ਦੇ ਜੀਵਨ ਦਾ ਮੁੱਖ ਆਧਾਰ ਹੁੰਦਾ ਹੈ। ਉਹਨਾਂ ਦੇ ਪਰਿਵਾਰਿਕ ਮੈਂਬਰ ਡਾਕੀਏ ਦੀ ਬੇਸਬਰੀ ਨਾਲ ਉਡੀਕ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਲੋਕ ਇੱਕ ਦੂਜੇ ਨੂੰ ਨਵੇਂ ਸਾਲ ਦੇ ਵਧਾਈ ਪੱਤਰ ਡਾਕ ਰਾਹੀਂ ਭੇਜਦੇ ਹਨ, ਜੋ ਡਾਕੀਆ ਹੀ ਲੋਕਾਂ ਤੱਕ ਪਹੁੰਚਾਉਂਦਾ ਹੈ, ਜਿਸ ਨਾਲ ਲੋਕਾਂ ਨੂੰ ਇੱਕ ਦੂਸਰੇ ਦੀਆਂ ਨਵੇਂ ਸਾਲ ਦੀਆਂ ਵਧਾਈਆਂ ਮਿਲਦੀਆਂ ਹਨ। ਭੈਣਾਂ ਆਪਣੇ ਦੂਰ ਬੈਠੇ ਵੀਰਾਂ ਨੂੰ ਰੱਖੜੀ ਦੇ ਤਿਉਹਾਰ ਉੱਤੇ ਰੱਖੜੀ ਡਾਕ ਰਾਹੀਂ ਭੇਜਦੀਆਂ ਹਨ। ਰੱਖੜੀ ਦੇ ਤਿਉਹਾਰ ਉੱਤੇ ਜਦੋਂ ਡਾਕੀਆ ਵੀਰਾਂ ਕੋਲ ਚਿੱਠੀ ਲੈ ਕੇ ਜਾਂਦਾ ਹੈ ਤਾਂ ਉਹਨਾਂ ਨੂੰ ਭੈਣਾਂ ਦੇ ਪਿਆਰ ਦਾ ਨਿੱਘ ਮਿਲਦਾ ਹੈ। ਹੋਰ ਵੀ ਬਹੁਤ ਸਾਰੇ ਸੱਦਾ ਪੱਤਰ ਲੋਕ ਡਾਕ ਵਿਭਾਗ ਰਾਹੀਂ ਇੱਕ ਦੂਜੇ ਨੂੰ ਭੇਜਦੇ ਹਨ।
ਅਤੇ ਇਹ ਸੱਦਾ ਪੱਤਰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਦਾ ਕੰਮ ਡਾਕੀਏ ਦੁਆਰਾ ਕੀਤਾ ਜਾਂਦਾ ਹੈ। ਸਾਡੇ ਦਿਲ ਦੀਆਂ ਜੋ ਦੂਸਰਿਆਂ ਪ੍ਰਤੀ ਭਾਵਨਾਵਾਂ ਹੁੰਦੀਆਂ ਹਨ, ਉਹਨਾਂ ਨੂੰ ਲਿਖਤੀ ਰੂਪ ਵਿੱਚ ਦੂਸਰਿਆਂ ਤੱਕ ਪਹੁੰਚਾਉਣ ਦਾ ਕੰਮ ਕੇਵਲ ਡਾਕੀਆ ਹੀ ਕਰਦਾ ਹੈ। ਸਾਡੇ ਹੱਥਾਂ ਨਾਲ ਲਿਖਿਆ ਸੁਨੇਹਾ ਕੇਵਲ ਡਾਕੀਆ ਹੀ ਦੂਜਿਆਂ ਤੱਕ ਪਹੁੰਚਾਉਂਦਾ ਹੈ। ਲਿਖਤ ਦੇ ਵਿੱਚ ਪਿਆਰ ਹੁੰਦਾ ਹੈ। ਜਦੋਂ ਸਾਡੀ ਇਹ ਪਿਆਰ ਭਰੀ ਲਿਖਤ ਕਿਸੇ ਦੂਸਰੇ ਤੱਕ ਪਹੁੰਚਦੀ ਹੈ ਤਾਂ ਉਸ ਨੂੰ ਵੀ ਪਿਆਰ ਦਾ ਅਹਿਸਾਸ ਹੁੰਦਾ ਹੈ। ਇਸ ਪ੍ਰਕਾਰ ਡਾਕੀਏ ਦੀ ਸਾਡੇ ਜੀਵਨ ਵਿੱਚ ਭਾਰੀ ਅਤੇ ਸਦੀਵੀ ਮਹਾਨਤਾ ਹੈ। ਡਾਕੀਏ ਦੀ ਨੌਕਰੀ ਵਾਲਾ ਖੇਤਰ ਹੁਣ ਸਿਰਫ ਮਰਦਾਂ ਲਈ ਹੀ ਰਾਖਵਾਂ ਨਹੀਂ। ਹੁਣ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਅੰਦਰ ਔਰਤਾਂ ਵੀ ਡਾਕੀਏ ਦੀ ਨੌਕਰੀ ਕਰਨ ਤੋਂ ਨਹੀਂ ਘਬਰਾਉਂਦੀਆਂ। ਬਹੁਤ ਸਾਰੀਆਂ ਔਰਤਾਂ ਵੀ ਡਾਕੀਏ ਦੇ ਰੂਪ ਵਿੱਚ ਨੌਕਰੀ ਕਰ ਰਹੀਆਂ ਹਨ ਅਤੇ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਰਹੀਆਂ ਹਨ। ਡਾਕੀਏ ਦੀ ਪੁਸ਼ਾਕ ਵਿੱਚ ਔਰਤ ਬਹੁਤ ਹੀ ਫੁਰਤੀਲੀ ਅਤੇ ਮਿਹਨਤੀ ਜਾਪਦੀ ਹੈ। ਡਾਕੀਆ ਇੱਕ ਸਰਕਾਰੀ ਮੁਲਾਜ਼ਮ ਹੁੰਦਾ ਹੈ ਜੋ ਡਾਕ ਵਿਭਾਗ ਅਧੀਨ ਇੱਕ ਕਰਮਚਾਰੀ ਹੁੰਦਾ ਹੈ। ਉਹ ਖਾਕੀ ਵਰਦੀ ਪਾਉਂਦਾ ਹੈ। ਉਹ ਸਿਰ 'ਤੇ ਪੱਗ ਜਾਂ ਟੋਪੀ ਪਾਉਂਦਾ ਹੈ। ਪੁਰਾਣੇ ਸਮੇਂ ਤੋਂ ਹੀ ਡਾਕੀਆ ਸਾਈਕਲ ਉੱਤੇ ਡਾਕ ਵੰਡਣ ਦਾ ਕੰਮ ਕਰਦਾ ਆ ਰਿਹਾ ਹੈ। ਉਸ ਦੇ ਸਾਈਕਲ ਦੀ ਟੋਕਰੀ ਵਿੱਚ ਚਿੱਠੀਆਂ ਅਤੇ ਰਜਿਸਟਰੀਆਂ ਹੁੰਦੀਆਂ ਹਨ। ਉਸ ਦੇ ਬੈਗ ਵਿੱਚ ਮਨੀ ਆਰਡਰਾਂ ਦੇ ਪੈਸੇ ਅਤੇ ਪਾਰਸਲ ਹੁੰਦੇ ਹਨ। ਮਨੀ ਆਰਡਰ ਰਾਹੀਂ ਸਕੂਲਾਂ ਜਾਂ ਕਾਲਜਾਂ ਦੇ ਹੋਸਟਲਾਂ ਵਿੱਚ ਪੜ੍ਹਦੇ ਬੱਚੇ ਆਪਣੇ ਮਾਪਿਆਂ ਕੋਲੋਂ ਪੈਸੇ ਮੰਗਵਾ ਸਕਦੇ ਹਨ। ਅਸੀਂ ਆਪਣੇ ਦੂਰ ਰਹਿੰਦੇ ਰਿਸ਼ਤੇਦਾਰਾਂ ਨੂੰ ਪੈਸੇ ਭੇਜ ਸਕਦੇ ਹਾਂ ਜਾਂ ਉਹਨਾਂ ਕੋਲੋਂ ਪੈਸੇ ਮੰਗਵਾ ਸਕਦੇ ਹਾਂ। ਡਾਕਖਾਨੇ ਵਿੱਚ ਆਏ ਹੋਏ ਮਨੀ ਆਰਡਰਾਂ ਨੂੰ ਸਹੀ ਸਲਾਮਤ ਸੰਬੰਧਿਤ ਵਿਅਕਤੀ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਡਾਕੀਏ ਦੀ ਹੁੰਦੀ ਹੈ। ਉਹ 2 ਵਾਰੀ ਡਾਕ ਵੰਡਣ ਲਈ ਜਾਂਦਾ ਹੈ। ਡਾਕੀਆ ਡਾਕ ਵਿਭਾਗ ਦਾ ਇੱਕ ਬਹੁਤ ਹੀ ਲਾਭਦਾਇਕ ਅਤੇ ਇਮਾਨਦਾਰ ਇਨਸਾਨ ਹੁੰਦਾ ਹੈ ਜੋ ਕਠਿਨ ਸਮੇਂ ਵਿੱਚ ਵੀ ਡਾਕ ਲੋਕਾਂ ਤੱਕ ਪਹੁੰਚਾਉਂਦਾ ਹੈ। ਚਾਹੇ ਬਾਰਿਸ਼ ਦਾ ਮੌਸਮ ਹੋਵੇ, ਚਾਹੇ ਬਹੁਤ ਜ਼ਿਆਦਾ ਧੁੱਪ ਭਾਵ ਗਰਮੀ ਪੈਂਦੀ ਹੋਵੇ ਜਾਂ ਬਹੁਤ ਜ਼ਿਆਦਾ ਠੰਡ ਪੈ ਰਹੀ ਹੋਵੇ, ਤਾਂ ਵੀ ਡਾਕੀਆ ਘਰ ਘਰ ਤੱਕ ਡਾਕ ਪਹੁੰਚਾਉਣਾ ਆਪਣੀ ਜ਼ਿੰਮੇਵਾਰੀ ਸਮਝਦਾ ਹੈ। ਉਹ ਨਿਯਮਿਤ ਤੌਰ 'ਤੇ ਅਤੇ ਇਮਾਨਦਾਰੀ ਨਾਲ ਆਪਣੇ ਫਰਜ਼ ਨਿਭਾਉਂਦਾ ਹੈ। ਉਹ ਆਪਣੀ ਯਾਤਰਾ ਵਿੱਚ ਆਰਾਮ ਨਹੀਂ ਲੈਂਦਾ, ਚਾਹੇ ਗਰਮੀ ਹੋਵੇ ਜਾਂ ਸਰਦੀ। ਉਹ ਲੋਕਾਂ ਤੱਕ ਡਾਕ ਪਹੁੰਚਾਉਣ ਨੂੰ ਆਪਣਾ ਧਰਮ ਸਮਝਦਾ ਹੈ ਅਤੇ ਪੂਰੀ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ। ਡਾਕੀਆ ਇੱਕ ਮਸ਼ੀਨ ਵਾਂਗ ਕੰਮ ਕਰਦਾ ਹੈ। ਉਸ ਦੀ ਤਨਖਾਹ ਬਹੁਤੀ ਨਹੀਂ ਹੁੰਦੀ। ਉਹ ਥੋੜ੍ਹੀ ਤਨਖਾਹ ਦੇ ਵਿੱਚ
ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰਦਾ ਹੈ। ਰਿਟਾਇਰ ਹੋਣ 'ਤੇ ਉਸ ਨੂੰ ਕੁਝ ਪੈਨਸ਼ਨ ਵੀ ਮਿਲਦੀ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਡਾਕੀਏ ਦੀ ਹਾਲਤ ਨੂੰ ਸੁਧਾਰਨ ਅਤੇ ਉਸ ਦੀ ਤਨਖਾਹ ਵਧਾਉਣ ਦੇ ਮਸਲੇ 'ਤੇ ਸਰਕਾਰ ਕੁਝ ਯੋਗ ਉਪਰਾਲੇ ਕਰੇ। ਡਾਕੀਆ ਇੱਕ ਇਮਾਨਦਾਰ ਆਦਮੀ ਹੁੰਦਾ ਹੈ ਜੋ ਥੋੜ੍ਹੀ ਤਨਖਾਹ ਵਿੱਚ ਵੀ ਆਪਣਾ ਗੁਜ਼ਾਰਾ ਕਰ ਲੈਂਦਾ ਹੈ ਅਤੇ ਲੋਕਾਂ ਦੇ ਕੋਲੋਂ ਕੁਝ ਵੀ ਨਹੀਂ ਮੰਗਦਾ। ਉਹ ਸਿਰਫ ਲੋਕਾਂ ਕੋਲੋਂ ਪਿਆਰ ਅਤੇ ਸਤਿਕਾਰ ਮੰਗਦਾ ਹੈ। ਲੋਕ ਆਪਣੀ ਖੁਸ਼ੀ ਨਾਲ ਜੋ ਚਾਹੁਣ ਡਾਕੀਏ ਨੂੰ ਦੇ ਸਕਦੇ ਹਨ। ਡਾਕੀਏ ਲਈ ਗਰੀਬ, ਅਮੀਰ ਅਤੇ ਆਮ ਖਾਸ ਵਿਅਕਤੀ ਇੱਕੋ ਜਿੰਨੀ ਅਹਿਮੀਅਤ ਰੱਖਦੇ ਹਨ। ਉਹ ਹਰ ਅਮੀਰ ਗਰੀਬ ਅਤੇ ਖੁਸ਼ੀ ਗਮੀ ਵਿੱਚ ਘਿਰੇ ਬੰਦੇ ਦੀ ਆਸ ਹੁੰਦਾ ਹੈ। ਭਾਵੇਂ ਕਿ ਜ਼ਮਾਨਾ ਬਦਲ ਗਿਆ ਹੈ, ਅੱਜ ਪ੍ਰਾਈਵੇਟ ਕੰਪਨੀਆਂ ਦੁਆਰਾ ਕੋਰੀਅਰ ਸਰਵਿਸ ਚਲਾਈ ਜਾ ਰਹੀ ਹੈ, ਪਰ ਬਦਲਦੇ ਯੁੱਗ ਵਿੱਚ ਡਾਕੀਏ ਦੀ ਘੰਟੀ ਦਾ ਇੰਤਜ਼ਾਰ ਅਜੇ ਵੀ ਹੈ। ਜਿਨ੍ਹਾਂ ਮਾਪਿਆਂ ਦੇ ਪੁੱਤ ਪਰਦੇਸੀ ਹੁੰਦੇ ਹਨ ਜਾਂ ਜਿਨ੍ਹਾਂ ਨਵ ਵਿਆਹੀਆਂ ਦੇ ਪਤੀ ਫੌਜੀ ਹੁੰਦੇ ਹਨ ਜਾਂ ਹੋਰ ਵੀ ਕਿਸੇ ਦਾ ਕੋਈ ਰਿਸ਼ਤੇਦਾਰ ਦੂਰ ਰਹਿੰਦਾ ਹੈ, ਉਹਨਾਂ ਨੂੰ ਹਮੇਸ਼ਾ ਡਾਕੀਏ ਦੀ ਉਡੀਕ ਰਹਿੰਦੀ ਹੈ। ਇਸ ਤਰ੍ਹਾਂ ਡਾਕੀਆ ਸਮਾਜ ਦਾ ਸੱਚਾ ਸੇਵਕ ਅਤੇ ਸੱਚਾ ਮਿੱਤਰ ਹੁੰਦਾ ਹੈ। ਕਈ ਵਾਰ ਖੁਸ਼ੀ ਭਰੇ ਸੰਦੇਸ਼ ਲਿਆਉਣ 'ਤੇ ਲੋਕ ਆਪਣੀ ਖੁਸ਼ੀ ਨਾਲ ਡਾਕੀਏ ਨੂੰ ਇਨਾਮ ਵੀ ਦਿੰਦੇ ਹਨ। ਡਾਕੀਆ ਲੋਕਾਂ ਕੋਲੋਂ ਇਨਾਮ ਪ੍ਰਾਪਤ ਕਰਕੇ ਬਹੁਤ ਖੁਸ਼ ਹੁੰਦਾ ਹੈ ਅਤੇ ਉਹਨਾਂ ਦੀ ਲੰਮੇਰੀ ਉਮਰ ਦੀਆਂ ਅਸੀਸਾਂ ਦਿੰਦਾ ਹੈ। ਕਈ ਲੋਕ ਡਾਕੀਏ ਦੀ ਲਾਪਰਵਾਹੀ ਵਿਰੁੱਧ ਪੋਸਟ ਮਾਸਟਰ ਸਾਹਿਬ ਨੂੰ ਸ਼ਿਕਾਇਤ ਕਰ ਦਿੰਦੇ ਹਨ, ਜਿਸ ਕਰਕੇ ਕਈ ਵਾਰ ਉਸ ਨੂੰ ਪੋਸਟ ਮਾਸਟਰ ਸਾਹਿਬ ਕੋਲੋਂ ਡਾਂਟ ਵੀ ਪੈਂਦੀ ਹੈ। ਪਰ ਫਿਰ ਵੀ ਡਾਕੀਆ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਕਰਦਾ ਹੈ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਡਾਕੀਆ ਵੀ ਇੱਕ ਇਨਸਾਨ ਹੈ ਜੋ ਸਰਦੀ ਅਤੇ ਗਰਮੀ ਵਾਲੇ ਮੌਸਮ ਵਿੱਚ ਸਾਈਕਲ 'ਤੇ ਸਾਡੇ ਤੱਕ ਜ਼ਰੂਰੀ ਡਾਕ ਪਹੁੰਚਾਉਂਦਾ ਹੈ। ਜੇਕਰ ਕਿਸੇ ਕਾਰਨ ਕਰਕੇ ਉਹ ਦੇਰ ਨਾਲ ਆਉਂਦਾ ਹੈ ਤਾਂ ਸਾਨੂੰ ਉਸ ਨਾਲ ਬੋਲ ਕੁਬੋਲ ਨਹੀਂ ਬੋਲਣੇ ਚਾਹੀਦੇ ਅਤੇ ਉਸ ਦੇ ਕੋਮਲ ਹਿਰਦੇ ਨੂੰ ਦੁਖਾਉਣਾ ਨਹੀਂ ਚਾਹੀਦਾ। ਡਾਕੀਏ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਕਰਤੱਵ ਨੂੰ ਪੂਰੀ ਤਨਦੇਹੀ ਨਾਲ ਨਿਭਾਵੇ ਅਤੇ ਯਕੀਨੀ ਬਣਾਵੇ ਕਿ ਡਾਕ ਨੂੰ ਸਮੇਂ ਸਿਰ ਸੰਬੰਧਿਤ ਵਿਅਕਤੀ ਤੱਕ ਪਹੁੰਚਾਇਆ ਜਾਵੇ, ਤਾਂ ਜੋ ਆਮ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਡਾਕੀਆ ਸੰਬੰਧਿਤ ਵਿਅਕਤੀ ਤੱਕ ਡਾਕ ਨੂੰ ਪਹੁੰਚਾਉਣਾ ਆਪਣੀ ਨੈਤਿਕ ਜ਼ਿੰਮੇਵਾਰੀ ਸਮਝੇ। ਡਾਕੀਏ ਦੀ ਡਿਊਟੀ ਭਾਵੇਂ ਕਿ ਸਖਤ ਹੁੰਦੀ ਹੈ, ਪਰ ਇਹ ਕਿੱਤਾ ਬਹੁਤ ਇਮਾਨਦਾਰੀ ਵਾਲਾ ਹੈ ਜੋ ਸਭਨਾਂ ਨੂੰ ਖੁਸ਼ੀ ਦਿੰਦਾ ਹੈ। ਇਸ ਪ੍ਰਕਾਰ ਉਹ ਹਰ ਥਾਂ ਹਰਮਨ ਪਿਆਰਾ ਬਣਿਆ ਰਹਿੰਦਾ ਹੈ। ਹਰ ਵਰਗ ਦਾ ਇਨਸਾਨ ਡਾਕੀਏ ਨੂੰ ਪਿਆਰ ਕਰਦਾ ਹੈ ਅਤੇ ਉਸ ਦਾ ਸਤਿਕਾਰ ਕਰਦਾ ਹੈ। ਇਹ
ਡਾਕੀਏ 'ਤੇ ਵੀ ਨਿਰਭਰ ਕਰਦਾ ਹੈ ਕਿ ਉਹ ਆਪਣੇ ਕਰਤੱਵ ਨੂੰ ਇਮਾਨਦਾਰੀ ਨਾਲ ਨਿਭਾ ਕੇ ਆਪਣੇ ਪਿਆਰ ਅਤੇ ਸਤਿਕਾਰ ਨੂੰ ਬਰਕਰਾਰ ਰੱਖੇ। ਕਈ ਗੈਰ ਜ਼ਿੰਮੇਵਾਰ ਡਾਕੀਏ ਆਪਣੀ ਡਿਊਟੀ ਨੂੰ ਡਿਊਟੀ ਨਾ ਸਮਝਦੇ ਹੋਏ ਡਿਊਟੀ ਤੋਂ ਕੁਤਾਹੀ ਕਰ ਜਾਂਦੇ ਹਨ। ਉਹ ਡਾਕ ਸੰਬੰਧਿਤ ਵਿਅਕਤੀ ਤੱਕ ਪਹੁੰਚਾਉਣ ਦੀ ਥਾਂ ਗਲੀ ਵਿੱਚ ਖੇਡਦੇ ਬੱਚਿਆਂ ਜਾਂ ਕਿਸੇ ਹੋਰ ਵਿਅਕਤੀ ਨੂੰ ਫੜਾ ਕੇ ਚਲੇ ਜਾਂਦੇ ਹਨ, ਜਿਸ ਕਾਰਨ ਸੰਬੰਧਿਤ ਵਿਅਕਤੀ ਨੂੰ ਬਹੁਤ ਜ਼ਿਆਦਾ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਲੋਕਾਂ ਦੀ ਜ਼ਰੂਰੀ ਇੰਟਰਵਿਊ ਵੀ ਹੱਥੋਂ ਨਿਕਲ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਸਮੇਂ ਸਿਰ ਡਾਕ ਨਹੀਂ ਮਿਲਦੀ ਅਤੇ ਡਾਕ ਨਾ ਮਿਲਣ ਕਾਰਨ ਉਹ ਇੰਟਰਵਿਊ 'ਤੇ ਨਹੀਂ ਜਾ ਪਾਉਂਦੇ। ਇਸ ਕਰਕੇ ਲੋਕਾਂ ਦਾ ਭਵਿੱਖ ਵੀ ਖਰਾਬ ਹੋ ਜਾਂਦਾ ਹੈ। ਇਸ ਤਰ੍ਹਾਂ ਡਾਕੀਆ ਬਹੁਤ ਹੀ ਜ਼ਿੰਮੇਵਾਰ ਵਿਅਕਤੀ ਹੁੰਦਾ ਹੈ। ਉਸ ਦੇ ਹੱਥਾਂ ਵਿੱਚ ਮਾਪਿਆਂ ਦੇ ਸੁਪਨੇ ਅਤੇ ਨੌਜਵਾਨ ਪੀੜ੍ਹੀ ਦੀ ਕਿਸਮਤ ਹੁੰਦੀ ਹੈ। ਇਸ ਕਰਕੇ ਡਾਕੀਏ ਨੂੰ ਬਹੁਤ ਹੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ, ਤਾਂ ਜੋ ਉਸ ਨਾਲ ਸੰਬੰਧਿਤ ਵਿਅਕਤੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਤਰ੍ਹਾਂ ਸਾਰੇ ਦੇਸ਼ ਵਿੱਚ ਡਾਕੀਆ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਦਾ ਰਹੇ। ਹਰ ਇਨਸਾਨ ਪਾਸੋਂ ਉਸ ਨੂੰ ਪਿਆਰ ਅਤੇ ਸਤਿਕਾਰ ਮਿਲਦਾ ਰਹੇ। ਹਰ ਘਰ ਵਿੱਚ ਡਾਕੀਏ ਦੀ ਉਡੀਕ ਬਣੀ ਰਹੇ ਅਤੇ ਡਾਕੀਆ ਹਰ ਘਰ ਵਿੱਚ ਚਿੱਠੀਆਂ ਦੇ ਰੂਪ ਵਿੱਚ ਖੁਸ਼ੀਆਂ ਵੰਡਦਾ ਰਹੇ। ਇਸੇ ਤਰ੍ਹਾਂ ਸਾਰੇ ਦੇਸ਼ ਵਿੱਚ ਡਾਕ ਵਿਭਾਗ ਦੇ ਡਾਕੀਏ ਦੀਆਂ ਚਿੱਠੀਆਂ ਦੇ ਮਾਧਿਅਮ ਰਾਹੀਂ ਲੋਕਾਂ ਦੇ ਵਿੱਚ ਆਪਸੀ ਪ੍ਰੇਮ ਪਿਆਰ ਬਣਿਆ ਰਹੇ ਅਤੇ ਹਰ ਘਰ ਵਿੱਚ ਚਿੱਠੀਆਂ ਦੇ ਰੂਪ ਵਿੱਚ ਪਿਆਰ ਦਾ ਮੀਂਹ ਵਰਸਦਾ ਰਹੇ। ਇਹ ਸੀ 6ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਲੇਖ ਡਾਕੀਆ, ਜਿਸ ਬਾਰੇ ਅਸੀਂ ਗੱਲਬਾਤ ਕੀਤੀ ਹੈ। ਧੰਨਵਾਦ।